13 ਅਪ੍ਰੈਲ ਵਿਸਾਖੀ ਦੇ ਦਿਹਾੜੇ ਨਾਲ ਜਿਹੜੀ ਜੁੜੀ ਤਰੀਕ ਹੈ ਜੀ। ਇੱਕ ਅੱਧਾ ਦਿਨ ਉੱਪਰ ਥੱਲੇ ਜ਼ਰੂਰ ਹੋ ਜਾਂਦੀ ਹੈ, ਕਈ ਵਾਰ 12 ਅਪ੍ਰੈਲ ਨੂੰ ਆ ਜਾਂਦੀ ਹੈ, ਕਦੇ 14 ਅਪ੍ਰੈਲ ਨੂੰ ਚਲੀ ਜਾਂਦੀ ਹੈ, ਪਰ 13 ਅਪ੍ਰੈਲ ਨੂੰ ਵਿਸਾਖੀ ਹੈ ਜਿਹੜੀ ਅਕਸਰ ਨਵੀਆਂ ਤਰੀਕਾਂ ਦੇ ਨਾਲ ਉਹ ਮਨਾਈ ਜਾਂਦੀ ਹੈ। ਸੋ ਵਿਸਾਖੀ ਦੇ ਦਿਹਾੜੇ ਦੀਆਂ, ਵਿਸਾਖੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ। ਨਾਲ ਨਾਲ ਖਾਲਸਾ ਪ੍ਰਗਟ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਸਰੋਤਿਆਂ ਨੂੰ। ਖਾਲਸਾ ਪ੍ਰਗਟਿਓ ਪ੍ਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਉਹ ਅਕਾਲ ਪੁਰਖ ਦੀ ਫੌਜ, ਉਹ ਪਰਮਾਤਮਾ ਦੀ ਮੌਜ ਚੋਂ ਪ੍ਰਗਟੀ ਹੈ ਕੌਮ। ਉਹਦਾ ਜੀ ਅੱਜ ਪ੍ਰਗਟ ਜਿਹੜਾ ਦਿਹਾੜਾ ਤੇ ਉਹਦੀਆਂ ਬਹੁਤ ਆਮ ਤੌਰ ਤੇ ਜਿਹੜਾ ਰਵਾਇਤੀ ਸ਼ਬਦ ਵਰਤੇ ਜਾਂਦੇ ਸਾਜਨਾ ਦਿਵਸ ਜਾਂ ਜਨਮ ਦਿਵਸ, ਅਸਲ ਦੇ ਵਿੱਚ ਉਹ ਜਦੋਂ ਪ੍ਰਗਟਣ ਦੀ ਗੱਲ ਕਰਦੇ ਆ ਉਹ ਸ਼ਬਦ ਗਲਤ ਹੈ। ਨਾ ਹੀ ਸਾਜਿਆ ਜਾ ਸਕਦਾ, ਨਾ ਹੀ ਇਹਦਾ ਜਨਮ ਹੋ ਸਕਦਾ। ਇਹ ਪ੍ਰਗਟ ਹੋਈ ਕੌਮ ਹੈ, ਪਰਮਾਤਮਾ ਦੀ ਮੌਜ 'ਚ ਪ੍ਰਗਟ ਹੋਈ ਕੌਮ। ਬੜਾ ਲੰਬਾ ਇਤਿਹਾਸ ਇਸ ਤੋਂ ਬਾਅਦ ਸਿਰਜਿਆ ਗਿਆ। ਜਿਵੇਂ ਦੱਸਿਆ ਕਿ ਦੇਸੀ ਮਹੀਨਿਆਂ ਨਾਲ ਤਰੀਕ ਜਿਹੜੀ ਜ਼ਰੂਰ 2-4 ਦਿਨ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ, ਪਰ ਇੱਕ ਤਰੀਕ ਆਪਾਂ ਮੁਕਰਰ ਕੀਤੀ ਹੋਈ ਹੈ ਕਿ ਉਸ ਦਿਨ ਨੂੰ, ਉਸ ਦਿਹਾੜੇ ਨੂੰ, ਉਸ ਇਨਕਲਾਬੀ ਦਿਹਾੜੇ ਨੂੰ ਸਮਰਪਿਤ ਜਿਹੜੀ ਰਹੇ। ਉਹ ਦਿਹਾੜਾ ਜਿਹਨੇ ਹਿੰਦੁਸਤਾਨ ਦੀ ਤਵਾਰੀਖ ਦੇ ਵਿੱਚ ਬਹੁਤ ਵੱਡਾ ਸਥਾਨ ਰੱਖਿਆ, ਜਿਹਨੇ ਹਿੰਦੁਸਤਾਨ ਦੀ ਸਾਰੀ ਤਵਾਰੀਖ ਬਦਲ ਕੇ ਰੱਖਤੀ, ਜਿਹਨੇ ਲੰਬੇ ਟਾਈਮ ਦਾ ਇਤਿਹਾਸ ਜਿਹੜਾ ਹੱਥ ਬੰਨੀ ਖੜਾ ਸੀ, ਵੱਡੀਆਂ ਤਾਕਤਾਂ, ਬਾਹਰਲੀਆਂ ਤਾਕਤਾਂ ਦੇ ਮੂਹਰੇ ਸਦਾ ਜਿਹਦੀਆਂ ਸਲਾਮਾਂ ਉਹਨਾਂ ਨੂੰ ਕਰਦਾ ਰਿਹਾ, ਸਦੀਆਂ ਦੀ ਗੁਲਾਮੀ ਸਹਿੰਦਾ ਰਿਹਾ, ਉਹ ਆਖਰ ਨੂੰ ਇਸ ਦਿਹਾੜੇ ਤੋਂ ਬਾਅਦ ਸਿਰ ਚੱਕ ਕੇ ਖੜਨ ਲੱਗ ਗਿਆ। ਇੰਨਾ ਜ਼ੋਰ ਇਸ ਦਿਹਾੜੇ ਦਾ ਇਤਿਹਾਸ ਦੇ ਵਿੱਚ ਹੈ, ਇੰਨੀ ਇੰਪੋਰਟੈਂਸ ਇਸ ਦਿਹਾੜੇ ਦੇ ਇਤਿਹਾਸ ਦੇ ਵਿੱਚ ਹੈ ਕਿ ਇਹਨੇ ਚਿੜੀਆਂ ਨੂੰ ਉਹ ਤਾਕਤ ਦਿੱਤੀ ਵੀ ਉਹ ਬਾਜਾਂ ਨੂੰ ਜਿਹੜੀਆਂ ਅੱਖਾਂ ਕੱਢ ਸਕਦੀਆਂ। ਵਿਸਾਖੀ ਦਾ ਉਹ ਦਿਹਾੜਾ 1699 ਤੱਕ ਸਿਰਫ ਇੱਕ ਤਿਉਹਾਰ ਸੀ, ਇੱਕ ਵਿਸਾਖ ਮਹੀਨੇ ਦੀ ਸ਼ੁਰੂਆਤ ਸੀ, ਇੱਕ ਫਸਲਾਂ ਵੱਢੀਆਂ ਜਾਂਦੀਆਂ ਸੀ, ਦੂਜੀਆਂ ਦੀ ਸ਼ੁਰੂਆਤ ਹੁੰਦੀ ਸੀ ਵੱਢਣ ਤੋਂ ਬਾਅਦ ਇਹ ਤਿਉਹਾਰ ਆਉਂਦਾ ਸੀ ਜਿਹੜਾ ਮਨਾਇਆ ਜਾਂਦਾ ਸੀ। ਹੁਣ ਜੇ 1699 'ਚ ਆਪਾਂ ਖੜ੍ਹ ਕੇ ਦੇਖੀਏ ਵੀ ਉਸ ਦਿਨ ਦਾ ਮਾਹੌਲ ਕਿਆ ਹੋਊਗਾ। ਸਦੀਆਂ ਤੋਂ ਇੱਕ ਹਕੂਮਤ ਰਾਜ ਕਰਦੀ ਹੈ ਜਿਹੜੀ ਏਸ਼ੀਆ ਦੀਆਂ ਬਹੁਤ ਤਕੜੀਆਂ ਹਕੂਮਤਾਂ 'ਚ ਮੰਨੀ ਜਾਂਦੀ ਹੈ। ਕਿੰਨੇ ਸਾਲਾਂ ਤੋਂ ਉਹਨਾਂ ਦਾ ਰਾਜ ਹੈ ਜਿਹੜਾ ਉਹਨਾਂ ਨੇ ਡੰਡੇ ਨਾਲ ਕੀਤਾ, ਕਿਰਪਾਨ ਦੇ ਜ਼ੋਰ ਨਾਲ ਕਰਿਆ ਬਾਹਰੋਂ ਆ ਕੇ। ਤੇ ਉਹਦੇ ਵਿੱਚੋਂ ਫਿਰ ਇੱਕ ਧਿਰ ਉੱਠਦੀ ਹੈ ਜਿਹੜੀ ਇੱਕ ਅਲੱਗ ਫਲਸਫਾ ਲੈ ਕੇ ਆਉਂਦੀ ਹੈ, ਜਿਹਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਕਰਦੇ। ਉਥੋਂ ਤੁਰਿਆ ਉਹ ਅਲੱਗ ਫਲਸਫਾ, ਧਰਮ ਦੀ ਗੱਲ, ਪਰਮਾਤਮਾ ਦੀ ਗੱਲ, ਜ਼ੁਲਮ ਤੋਂ ਉਲਟ ਹੋਣ ਦੀ ਗੱਲ। ਤੇ ਪਹਿਲੀ ਪਾਤਸ਼ਾਹੀ ਉਹ ਉਧਰ ਪਹਿਲੇ ਸ਼ਾਸਕ ਨਾਲ ਖਹਿ ਜਾਂਦੀ ਹੈ ਜ਼ੁਲਮ ਦੇ ਨਾਂ ਦੇ ਉੱਤੇ। ਐਬਟਾਬਾਦ 'ਚ ਜੋ ਹੋਇਆ ਬਾਬਰ ਨਾਲ, ਜਦੋਂ ਬਾਬਰ ਨੂੰ ਜਾਬਰ ਤੱਕ ਗੁਰੂ ਨਾਨਕ ਦੇਵ ਜੀ ਨੇ ਆ ਕੇ, ਸੋ ਪਹਿਲਾਂ ਹੀ ਲਾਈਨ ਮਾਰ ਕੇ ਦੂਜੇ ਪਾਸੇ ਖੜੇ ਆ। ਉਦੋਂ ਦਾ ਚੱਲਿਆ ਆਉਂਦਾ ਉਹ ਇੱਕ ਅਲੱਗ ਲੀਹ, ਇੱਕ ਰਸਤਾ ਬਣੀ, ਰਸਤੇ ਤੋਂ ਬਾਅਦ ਇੱਕ ਵੱਡਾ ਰਾਹ ਬਣੀ, ਜਿਹਨੇ ਉਸ ਜ਼ੁਲਮ ਨੂੰ ਆਖਰ ਨੂੰ ਡੱਕਿਆ, ਉਸ ਜ਼ੁਲਮ ਨੂੰ ਲਲਕਾਰਿਆ। 10ਵੇਂ ਪਾਤਸ਼ਾਹ ਤੱਕ ਆ ਕੇ ਫਿਰ ਉਹ ਜਿਹੜੀ ਜੋਤ ਚੱਲੀ ਆਉਂਦੀ ਸੀ ਪਹਿਲੀ, ਉਹਨੂੰ ਫਿਰ ਜੁਗਤ ਬਣਾ ਕੇ ਖਾਲਸੇ 'ਚ ਵੰਡਤਾ। ਉਦੋਂ ਫਿਰ ਖਾਲਸਾ ਪ੍ਰਗਟ ਹੋਇਆ। ਉਦੋਂ ਤੋਂ ਜਿਹੜੇ ਉਸ ਦਿਨ ਗਏ ਹੋਣਗੇ ਸਵੇਰੇ ਤਿਆਰ ਹੋ ਕੇ, ਕਿਉਂਕਿ ਜਦੋਂ ਆਪਾਂ ਪੜ੍ਹਦੇ ਹਾਂ ਵਿਸਾਖੀ ਦਾ ਇਤਿਹਾਸ, ਉਹਦੇ ਵਿੱਚ ਲੋਕਾਂ ਦੇ ਆਉਣ ਦੀ ਜਦੋਂ ਗੱਲ ਚੱਲਦੀ ਹੈ, ਪਿਆਰਿਆਂ ਦੀ ਵੀ ਗੱਲ ਚੱਲਦੀ ਹੈ। ਸਾਊਥ ਤੱਕ ਦੇ ਲੋਕ ਆਏ ਹੋਏ ਸੀ, ਜਿਹੜੇ ਗੁਰਸਿੱਖ ਲੋਕ ਸੀ, ਗੁਰੂ ਘਰ ਨਾਲ ਜੁੜੇ ਹੋਏ ਸੀ। ਉੱਥੋਂ ਤੱਕ ਦੇ ਲੋਕਾਂ ਦਾ ਇੱਥੇ ਆਉਣਾ, ਕਿਵੇਂ ਸੁਨੇਹੇ ਗਏ ਹੋਣਗੇ, ਕਿਵੇਂ ਪਹਿਲਾਂ 1699 'ਚ ਖੜ੍ਹ ਕੇ ਦੇਖੋ ਕਿਵੇਂ ਤਿਆਰੀ ਹੋਈ ਹੋਊਗੀ, ਕਿਵੇਂ ਲੋਕਾਂ ਕੋਲ ਸੁਨੇਹੇ ਪਹੁੰਚੇ ਹੋਣੇ ਵੀ ਅਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਮੈਸੇਜ ਆਇਆ ਤੇ ਉੱਥੇ ਆਪਾਂ ਨੇ ਜਾਣਾ ਹੈ। ਤੇ ਜਦੋਂ ਪਤਾ ਲੋਕਾਂ ਨੇ ਇੰਨੀ ਗਿਣਤੀ 'ਚ ਆਉਣਾ ਹੈ, ਗੁਰੂ ਗੋਬਿੰਦ ਸਾਹਿਬ ਦੀ ਕਿਵੇਂ ਤਿਆਰੀ ਹੋਊਗੀ ਵੀ ਇੱਕ ਕੌਮ ਪ੍ਰਗਟ ਹੋਣੀ ਹੈ, ਇੱਕ ਖਾਲਸਾ ਪ੍ਰਗਟ ਹੋਣਾ ਹੈ, ਤੇ ਉਹਨੂੰ ਪ੍ਰਗਟ ਕਿਵੇਂ ਕਰਿਆ ਜਾਵੇ, ਕਿਵੇਂ ਦੀ ਮੋਟੀਵੇਸ਼ਨ ਦਿੱਤੀ ਜਾਵੇ, ਕਿਵੇਂ ਦਾ ਸੰਦੇਸ਼ ਦਿੱਤਾ ਜਾਵੇ। ਜਦੋਂ ਮੈਂ ਸਟੇਜ ਤੇ ਆਉਣਾ ਮੈਂ ਕਿਵੇਂ ਬੋਲਣਾ, ਮੈਂ ਕਿਵੇਂ ਸੀਸ ਮੰਗਣੇ ਆ, ਲੋਕ ਸੀਸ ਦੇਣ ਨੂੰ ਉੱਠ ਕੇ ਖੜੇ ਹੋ ਜਾਣ, ਇੰਨੇ ਕੁ ਉਹਨਾਂ ਦੇ ਵਿੱਚ ਜਜ਼ਬਾ ਆ ਜਾਵੇ ਕਿ ਉੱਠ ਕੇ ਉਹ ਕਹਿ ਦੇਣ ਵੀ ਗੱਲੇ ਕੋਈ ਨਹੀਂ ਯਾਰ, ਸੀਸ ਲੈ ਲਾ, ਇਸ ਤੇਰੇ ਨਾਲ ਆ। ਹੁਣ ਆਹ ਗੱਲ ਜਦੋਂ ਦਿਆ ਸਿੰਘ ਉੱਠਿਆ ਹੋਣਾ, ਮਤਲਬ ਕਈ ਤਾਂ ਸਾਡੇ ਵਰਗੇ ਤੁਰ ਪਏ ਹੋਣੇ ਆ ਵੀ ਛੱਡੋ ਜੀ, ਮਰਨਾ ਥੋੜ੍ਹੀ ਹੈ, ਨਿਕਲੋ ਪਰੇ, ਇਹ ਤਾਂ ਵਿਸਾਖੀ ਨੂੰ ਹੋਰੇ ਕੰਮ ਹੋ ਗਿਆ, ਇਹ ਸੀਸ ਮੰਗਣ ਲੱਗ ਗਏ।
ਪਰ ਇਹ ਆ ਵੀ ਜਿਹੜੇ ਉੱਠ ਕੇ ਤੁਰ ਪਏ ਉਹਨਾਂ ਨੂੰ ਜਾਣਦਾ ਕੋਈ ਨਹੀਂ। ਜਿਹੜੇ ਖੜ ਗਏ ਵੀ ਅਸੀਂ ਤਿਆਰ ਹਾਂ, ਉਹ ਪੰਜ ਪਿਆਰਿਆਂ ਨੂੰ ਅੱਜ ਤੱਕ ਅਸੀਂ ਨਤਮਸਤਕ ਹੁੰਦੇ। ਕੌਮ ਦਾ ਕੋਈ ਵੀ ਤਿਉਹਾਰ ਹੈ, ਕੌਮ ਦਾ ਕੋਈ ਵੀ ਦਿਹਾੜਾ ਹੈ, ਪੰਜ ਪਿਆਰਿਆਂ ਦੀ ਅਗਵਾਈ 'ਚ ਜਾਂਦਾ, ਉਸੇ ਪੰਜ ਪਿਆਰਿਆਂ ਨੂੰ ਸਮਰਪਿਤ ਹੁੰਦਾ। ਉਹ ਇਤਿਹਾਸ 'ਚ ਉਸ ਦਿਨ 'ਚ ਇਹ ਦਿਹਾੜਾ ਵੀ ਮਹਾਨ ਕਰ ਗਏ, ਉਹ ਆਪ ਵੀ ਮਹਾਨ ਹੋ। ਕਿਵੇਂ ਉੱਠ ਕੇ ਕਿਹਾ ਹੋਣਾ ਵੀ ਯਾਰ ਮੇਰਾ ਸਿਰ ਲੈ ਲਓ, ਕੋਈ ਚੱਕਰ ਹੀ ਨਹੀਂ। ਕਿੰਨਾ ਜੁੜੇ ਹੋਏ ਹੋਣੇ ਅੰਦਰੋਂ। ਤੇ ਇਹ ਸੋਚਿਆ ਕਿਵੇਂ ਹੋਣਾ ਗੁਰੂ ਸਾਹਿਬ ਨੇ? ਇਹ ਸੋਚੋ ਵੀ ਇੱਦਾਂ ਅਸੀਂ ਸ਼ੁਰੂਆਤ ਕਰਨੀ ਹੈ, ਇੱਦਾਂ ਅਸੀਂ ਖਾਲਸਾ ਜਿਹੜਾ ਉਹ ਸਿਰਜਣਾ। ਸੋ ਉਹ ਤੋਂ ਬਾਅਦ ਇਹ ਜਦੋਂ ਕੌਮ ਦੀ ਸ਼ੁਰੂਆਤ ਹੁੰਦੀ ਹੈ, ਉਹਦੇ 'ਚ ਕੀ ਪਾਇਆ ਹੋਣਾ? ਮਤਲਬ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਸ ਤੋਂ ਪਹਿਲਾਂ ਦੀਆਂ ਚਿੜੀਆਂ ਫਿਰ ਬਾਜਾਂ ਨੂੰ ਅੱਖਾਂ ਕੱਢਣ ਲੱਗ ਗਈ। ਇੰਨੀ ਕੁ ਤਾਕਤ ਬਖਸ਼ਤੀ ਉਸ ਦਿਨ ਨੇ, ਇੰਨੀ ਕੁ ਤਾਕਤ ਬਖਸ਼ਤੀ ਉਸ ਅੰਮ੍ਰਿਤ ਨੇ। ਕਹਿੰਦੇ ਉਦੋਂ ਪਾਣੀਆਂ ਨੂੰ ਅਣਖ ਦੀ ਪਾਣ ਚੜ੍ਹ ਗਈ, ਖੰਡਾ ਛੋ ਗਿਆ ਜਦੋਂ ਪਤਾਸਿਆ। ਕੀ ਆ ਗਿਆ ਹੋਊਗਾ ਉਹਦੇ ਵਿੱਚ? ਆਬੋ ਹਯਾਤ, ਜਿਹਨੂੰ ਬਾਅਦ ਦੇ ਵਿੱਚ ਫਿਰ ਨਾਦਰ ਸ਼ਾਹ ਹੋਰਾਂ ਨੇ ਕਿਹਾ, ਜਦੋਂ ਅਬਦਾਲੀ ਨੂੰ ਸਮਝਾਉਂਦਾ, ਜਿਹੜਾ ਗਵਰਨਰ ਸੀ ਨਾਦਰ ਸ਼ਾਹ ਹੋਰਾਂ ਨੂੰ, ਜਦੋਂ ਸਮਝਾਉਂਦਾ ਵੀ ਇਹਨਾਂ ਨੇ ਆਬੋ ਹਯਾਤ ਲਈ ਹੋਈ, ਇਸੇ ਅੰਮ੍ਰਿਤ ਦਾ ਜ਼ਿਕਰ ਕਰਦਾ। ਤੇ ਉਸ ਤੋਂ ਬਾਅਦ ਫਿਰ ਜਿਵੇਂ ਪਹਿਲਾਂ ਦੱਸਿਆ ਤਵਾਰੀਖ ਕਿਵੇਂ ਬਦਲੀ, ਆਖਰ ਨੂੰ ਫਿਰ ਉਸ ਹਕੂਮਤ ਦੀ ਜਿਹੜੀ ਜੜ ਹੈ ਉਹ ਪੱਟੀ ਗਈ ਕਿ ਲੋਕ ਖੜੇ ਹੋਏ ਉਸ ਜ਼ੁਲਮ ਦੇ ਵਿਰੁੱਧ। ਤੇ ਕਿੰਨੀ ਤਾਕਤ ਬਖਸ਼ ਹੋਈ ਵੀ ਕਿੱਡੀ ਤਕੜੀ ਹਕੂਮਤ ਹੈ, ਕਹੇ ਜੇ ਉਹਨਾਂ ਕੋਲ ਹਥਿਆਰ ਹੈ, ਤੇ ਕਿੱਡੀ ਵੱਡੀ ਫੌਜ ਹੈ। ਇੱਕ ਛੋਟੀ ਜੀ ਅਲੱਗ ਗਰੁੱਪ, ਇੱਕ ਛੋਟੀ ਜੀ ਕਮਿਊਨਿਟੀ ਉੱਠਦੀ ਹੈ ਤੇ ਉਹ ਲਲਕਾਰਾ ਮਾਰਦੀ ਹੈ ਵੀ ਆਓ ਹੁਣ। ਤੇ ਉਸ ਤੋਂ ਬਾਅਦ ਫਿਰ ਉਹ ਢੈਂਦੀ ਕੌਮ ਨੂੰ ਢਾਹ ਲੈਂਦੀ। ਆਖਰ ਇੱਥੇ ਤੱਕ ਕਹਾਣੀ ਚਲੀ ਜਾਂਦੀ। ਹੋਇਆ ਬਹੁਤ ਕੁਛ ਹੋਇਆ, ਬਹੁਤ ਕੁਰਬਾਨੀਆਂ ਜਿਹੜੀਆਂ ਹੋਈਆਂ। ਸੰਦੇਸ਼ ਪਹਿਲੇ ਪਾਤਸ਼ਾਹ ਤੋਂ ਚੱਲਿਆ ਆਉਂਦਾ, ਉਹ ਜੋਤ ਚੱਲੀ ਆਉਂਦੀ, ਆਖਰ ਨੂੰ ਫਿਰ ਜੁਗਤ ਦੇ ਵਿੱਚ ਵਿਸਾਖੀ ਵਾਲੇ ਦਿਨ ਬਦਲੀ ਗਈ ਹੈ, ਜਦੋਂ ਖੰਡੇ ਦੀ ਪਾਹੋ ਲਾਹੋ ਦਿੱਤੀ ਗਈ। ਇੱਕ ਇਨਕਲਾਬ ਖੜਾ ਹੋਇਆ। ਪਹਿਲਾਂ ਰੋਸ ਹੁੰਦਾ, ਕਿਸੇ ਚੀਜ਼ ਤੋਂ ਲੋਕ ਦੁਖੀ ਹੁੰਦੇ ਆ, ਰੋਸ ਕਰਦੇ ਆ, ਫਿਰ ਉਹਦਾ ਵਿਰੋਧ ਕਰਦੇ ਆ। ਜੇ ਰੋਸ ਨੂੰ ਨਾ ਕੋਈ ਸੁਣੇ ਫਿਰ ਵਿਰੋਧ ਹੁੰਦਾ, ਵਿਰੋਧ ਨੂੰ ਨਾ ਕੋਈ ਸੁਣੇ ਫਿਰ ਇਨਕਲਾਬ ਉੱਠਿਆ ਕਰਦਾ। ਇਹ ਇਨਕਲਾਬ 1699 ਦੇ ਵਿੱਚ ਅਨੰਦਪੁਰ ਸਾਹਿਬ ਤੋਂ ਉੱਠਿਆ। ਫਿਰ ਆਮ ਤੌਰ 'ਤੇ ਕੋਈ ਵੀ ਲਹਿਰ ਖੜੀ ਹੁੰਦੀ ਹੈ, ਕੋਈ ਅੰਦੋਲਨ ਖੜਾ ਹੁੰਦਾ ਹੈ, ਕੋਈ ਇਨਕਲਾਬ ਖੜਾ ਹੁੰਦਾ ਹੈ, ਉਹ ਜਦੋਂ ਸ਼ੁਰੂਆਤਾਂ ਹੁੰਦੀਆਂ ਇੱਕ ਲੀਡਰ ਚੁਣਿਆ ਜਾਂਦਾ ਕਿ ਆਹ ਬੰਦਾ ਸਾਨੂੰ ਲੀਡ ਕਰੂਗਾ। ਹੁਣ ਜਿਹੜਾ ਇੱਥੇ ਇਨਕਲਾਬ ਸ਼ੁਰੂ ਹੋਣ ਲੱਗਿਆ, ਉੱਥੇ ਕਹਾਣੀ ਉਲਟ ਹੋ ਰਹੀ ਹੈ। ਲੀਡਰ ਆਲਰੇਡੀ ਹੈਗਾ, ਗੁਰੂ ਗੋਬਿੰਦ ਸਿੰਘ ਉਹਨਾਂ ਕੋਲ ਲੀਡਰਸ਼ਿਪ ਹੈ, ਪਰ ਇੱਥੇ ਉਲਟ ਹੋਈ ਕਹਾਣੀ ਕਿ ਗੁਰੂ ਗੋਬਿੰਦ ਸਾਹਿਬ ਨੇ ਲੋਕਾਂ ਨੂੰ, ਖਾਲਸੇ ਨੂੰ ਜਾਂ ਪਿਆਰਿਆਂ ਨੂੰ ਲੀਡਰਸ਼ਿਪ ਦਿੱਤੀ ਹੈ। ਲੀਡਰ ਨੇ ਲੋਕਾਂ ਨੂੰ ਲੀਡਰਸ਼ਿਪ ਦਿੱਤੀ। ਆਮ ਇਨਕਲਾਬਾਂ ਦੇ ਵਿੱਚ ਲੋਕ ਇੱਕ ਲੀਡਰ ਨੂੰ ਲੀਡਰਸ਼ਿਪ ਦਿੰਦੇ। ਇਹ ਵਿਲੱਖਣਤਾ ਸੀ ਦੁਨੀਆ ਦੇ ਇਤਿਹਾਸ ਦੇ ਵਿੱਚ, ਜਦੋਂ ਆਪਣੇ ਲੋਕਾਂ ਨੂੰ ਜਾਂ ਆਪਣੀ ਸੰਗਤ ਨੂੰ ਕਿਸੇ ਲੀਡਰ ਨੇ ਕਿਹਾ ਹੋਵੇ ਵੀ ਤੁਸੀਂ ਮੇਰੇ ਗੁਰੂ ਹੈ, ਖਾਲਸਾ ਮੇਰੋ ਸੱਜਣ ਪੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਹੋ ਖਾਲਸੇ ਕੋ ਖਾਲਸਾ ਮੇਰੋ, ਓਤ ਪੋਤ ਸਾਗਰ ਬੰਧੇਰੋ, ਜਿਬ ਤੁਮ ਸਿਆਰ ਤੇ ਸਿੰਘ ਪਏ ਹੈਂ, ਅੰਮ੍ਰਿਤ ਛਕ ਕੇ ਤਿਆਰ ਹੋਏ ਹੈਂ, ਤਿਨ ਮਮ ਦਾਸ ਪਰ ਕਿਰਪਾ ਕੀਜੈ, ਜੇ ਖੈਰ ਪਹੁਲ ਕੀ ਦਾਸ ਕੋ ਦੀਜੈ। ਉਸ ਖਾਲਸੇ ਨੂੰ ਗੁਰੂ ਮੰਨ ਕੇ ਆਪਣੇ ਆਪ ਨੂੰ ਫਿਰ ਦਾਸ ਮੰਨਿਆ, ਦਾਸ ਮੰਨ ਕੇ ਉਹੀ ਅੰਮ੍ਰਿਤ ਦੀ ਪਾਹੁਲ ਜਿਹੜੀ ਆਪ ਲਈ ਹੈ। ਫਿਰ ਖਾਲਸਾ ਜਿਹੜਾ ਇੱਥੋਂ ਸਿਰਜਿਆ ਗਿਆ। ਵਿਸਾਖੀ ਦਾ ਦਿਹਾੜਾ ਕਿਉਂ ਚੁਣਿਆ ਗਿਆ? ਜੇ ਆਪਾਂ ਇੱਕ ਸਵਾਲ ਇਹ ਵੀ ਉੱਠਦਾ ਵੀ ਚਲੋ ਬਾਕੀ ਤਿਉਹਾਰ ਵੀ ਆਉਂਦੇ ਸੀ, ਉਹ ਵੀ ਚੁਣੇ ਜਾ ਸਕਦੇ ਸੀ, ਉਹਦੇ ਵਿੱਚ ਵੀ ਉਹੀ ਕਨਸੈਪਟ ਆਉਂਦਾ। ਜਦੋਂ ਜਿਉਂਦੇ ਜੀ ਆਪਣਾ ਗੁਰੂ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਕੇ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਮੰਨਿਆ ਸੀ, ਜਦੋਂ ਜੋਤ ਅੱਗੇ ਗਈ ਹੈ, ਉਵੇਂ ਇੱਥੇ 10ਵੇਂ ਪਾਤਸ਼ਾਹ ਨੇ ਉਹ ਜੋਤ ਆ ਜਿਹੜੀ ਅੱਗੇ ਜਦੋਂ ਜੁਗਤ ਬਣਾਉਣੀ ਆ, ਆਪਣੇ ਜਿਉਂਦੇ ਜੀ ਖਾਲਸੇ ਨੂੰ ਚੁਣਿਆ ਫਿਰ ਕਿ ਖਾਲਸੇ 'ਚ ਵੰਡ ਦੇਣੀ ਆ। ਤੇ ਜਿਹਨੂੰ ਵੰਡਣੀ ਆ ਉਹਦਾ ਜਨਮ ਵਿਸਾਖ ਦੇ ਵਿੱਚ ਕਿਉਂ ਹੋ ਰਿਹਾ? ਕਿਉਂਕਿ ਉਹਦੇ ਪਿੱਛੇ ਇਤਿਹਾਸ 'ਚ ਜਾਓ, ਗੁਰੂ ਅੰਗਦ ਪਾਤਸ਼ਾਹ ਦਾ ਜਨਮ ਦਿਨ ਆ ਜਿਹੜਾ ਉਹ ਵੀ ਵਿਸਾਖ ਦਾ, ਈਵਨ ਉਹਦੇ ਜੋਤੀ ਜੋਤ ਸਮਾਉਣ ਦਾ ਜਿਹੜਾ ਮਹੀਨਾ ਉਹ ਵੀ ਵਿਸਾਖੇ ਬਣਦਾ।
ਸੋ ਉੱਥੇ ਵੀ ਜਿਹੜੀ ਜੋਤ ਆ ਅਗਲੀ ਵਿਸਾਖ ਨੂੰ ਦਿੱਤੀ ਗਈ ਹੈ, ਉਹਦਾ ਜਿਹਨੂੰ ਦਿੱਤੀ ਗਈ ਹੈ ਉਹਦਾ ਜਨਮ ਵਿਸਾਖ ਦਾ ਹੈ। ਇੱਕ ਪੱਖ ਹੋ ਸਕਦਾ ਇਹ ਮਤਲਬ। ਤੇ ਇੱਥੇ ਵੀ ਜਦੋਂ ਜੋਤ ਅੱਗੇ ਦਿੱਤੀ ਜਾ ਰਹੀ ਹੈ ਆਪਣੇ ਜਿਉਂਦੇ ਜੀ, ਅੱਗੇ ਜੁਗਤ 'ਚ ਬਣਾਈ ਜਾ ਰਹੀ ਹੈ, ਆਪਾਂ ਕਹਿ ਦਈਏ ਵੰਡੀ ਜਾ ਰਹੀ ਹੈ, ਖਾਲਸੇ 'ਚ ਕੌਮ 'ਚ ਵੰਡੀ ਜਾ ਰਹੀ ਹੈ, ਕੌਮ ਨੂੰ ਦਿੱਤੀ ਜਾ ਰਹੀ ਹੈ, ਉਹ ਵੀ ਵਿਸਾਖ ਦੇ ਮਹੀਨੇ 'ਚ ਦਿੱਤੀ ਜਾ ਰਹੀ ਹੈ। ਸੋ ਉਦੋਂ ਦਾ ਚੱਲਿਆ ਆਉਂਦਾ ਇਤਿਹਾਸ ਇੱਥੇ ਇੱਕ ਟਰਨ ਲੈਂਦਾ, ਇੱਥੇ ਇੱਕ ਕੌਮ ਦੇ ਰੂਪ ਦੇ ਵਿੱਚ ਉਹ ਉੱਠਦਾ। ਤੇ ਜਦੋਂ ਗੁਰੂ ਖਾਲਸੇ ਨੂੰ ਗੁਰੂ ਸਮਝ ਕੇ ਪੌਹਲ ਦੇ ਖੰਡੇ ਦੀ ਧਾਰ, ਖੰਡੇ ਦੀ ਜਿਹੜੀ ਪੌਹਲ ਉਹ ਮੰਗਦਾ, ਪੰਜੇ ਪਿਆਰਿਆਂ ਨੂੰ ਪਹਿਲਾਂ ਛਕਾਇਆ ਜਾਂਦਾ, ਫਿਰ ਉਹਨਾਂ ਤੋਂ ਜਿਹੜੀ ਦਾਸ ਬਣ ਕੇ, ਜਿਵੇਂ ਪਹਿਲਾਂ ਮੈਂ ਪੜ੍ਹਿਆ ਕਿ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹੀ ਖਾਲਸਾ ਜਿਹੜਾ ਮੇਰਾ ਸਤਿਗੁਰ ਹੈ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਹੋ ਖਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੰਧੇਰੋ, ਮੋਹੇ ਬੇਨਤੀ ਪਾਚਨ ਆਗੇ ਹਮ ਸੇਵਕ ਤੁਮ ਸਤਿਗੁਰ ਲਾਗੇ। ਪੰਜਾਂ ਮੂਹਰੇ ਮੇਰੀ ਬੇਨਤੀ ਆ, ਮੈਂ ਸੇਵਕਾਂ, ਤੁਸੀਂ ਮੇਰੇ ਸਤਿਗੁਰ ਲੱਗਦੇ ਹੋ। ਜਿਵ ਤੁਮ ਸਿਆਰ ਤੇ ਸਿੰਘ ਭਏ ਹੋ, ਅੰਮ੍ਰਿਤ ਛਕ ਕੇ ਤਿਆਰ ਹੋਏ ਹੋ, ਤਿਨ ਮਮਦਾਸ ਪਰ ਕਿਰਪਾ ਕੀਜੇ, ਜੇ ਖੈਰ ਪਾਹੁਲ ਕੀ ਦਾਸ ਕੋ ਦੀ। ਨੀਵੇਂ ਹੋ ਕੇ ਪਾਹੁਲ ਜਿਹੜੀ ਖੰਡੇ ਦੀ ਮੰਗੀ ਆ। ਫਿਰ ਉੱਥੇ ਜਿਵੇਂ ਕਿਹਾ ਵੀ ਵਿਚਾਰਾਂ ਕਿਵੇਂ ਹੁੰਦੀਆਂ, ਜਿਵੇਂ ਇਤਿਹਾਸ 'ਚ ਲਿਖਿਆ ਗਿਆ, ਇਹ ਨਹੀਂ ਵੀ ਉਹ ਜਿਹੜੇ ਪੰਜ ਖੜੇ ਆ ਉਹ ਖੁਸ਼ਾਮਦ ਕਰਦੇ ਆ, ਹੱਥ ਬੰਨ੍ਹ ਕੇ ਸਿਰ ਮਾਰੀ ਜਾਂਦੇ ਆ, ਕਿਉਂਕਿ ਤਾਕਤ ਇੰਨੀ ਬਖਸ਼ਤੀ ਗਈ ਹੈ। ਉਹ ਸਵਾਲ ਕਰਦੇ ਆ ਅੱਗੋਂ, ਉਹ ਹੁਣ ਵਾਲੇ ਆਹ ਨਹੀਂ, ਮੈਂ ਕਈ ਵਾਰ ਗੱਲ ਫੇਰ ਉਹ ਬਾਬਿਆਂ ਵੱਲ ਨੂੰ ਚਲੇ ਜਾਂਦੀ ਆ ਵੀ ਸਾਹਮਣੇ ਬਾਬਾ ਝੂਠ ਬੋਲੀ ਜਾਂਦਾ ਸਟੇਜ 'ਤੇ, ਸਾਹਮਣੇ ਵਾਲੇ ਸਿਰ ਮਾਰੀ ਜਾਂਦੇ, ਬਸ ਠੀਕ ਹੈ ਠੀਕ ਆ। ਇੱਕ ਵਾਰ ਬਾਬਾ ਇਤਿਹਾਸ ਸੁਣਾਵੇ ਵਿਸਾਖੀ ਦਾ, ਕਹਿੰਦਾ ਉਹ ਲੋਕਾਂ ਨੂੰ ਵਿਸਾਖੀ ਦਾ ਕਹਿੰਦਾ ਉਲਾਸ ਤਾਂ ਹੁੰਦਾ ਸੀ ਵੀ ਉਹ 'ਤੇ ਬਸ ਜੀਰੀ ਲਾਉਣੀ ਹੁੰਦੀ ਸੀ। ਹੁਣ ਬਾਬੇ ਨੂੰ ਫੜ ਕੇ ਕੌਣ ਪੁੱਛੇ ਵੀ 1699 'ਚ ਕਿਹੜੀ ਜੀਰੀ ਲੱਗਦੀ ਸੀ। ਧੱਕਾ ਹੀ ਆ ਜਾਣੀ। ਇੱਥੇ ਬਖਸ਼ ਹੈ ਇਹ ਇਤਿਹਾਸ, ਜਿਹੜਾ ਖਾਲਸੇ ਨੂੰ ਗੁਰੂ ਬਖਸ਼ਿਆ ਗਿਆ, ਉਹ ਐ ਜਾਂ ਸੇਵਕੇ ਪੁੱਛ ਰਿਹਾ ਹੈ। ਜਦੋਂ ਦਇਆ ਸਿੰਘ ਨੇ ਅੱਗੋਂ ਪੁੱਛਿਆ, ਕਹਾ ਦਇਆ ਸਿੰਘ ਕਹਿੰਦਾ ਸਿੰਘ ਬਣਨਾ ਕਠਿਨ ਹੈ। ਗੁਰੂ ਗੋਬਿੰਦ ਸਿੰਘ ਨੂੰ ਕਹਿ ਰਿਹਾ, ਗੁਰੂ ਨੂੰ ਕਹਿ ਰਿਹਾ, ਸਿੰਘ ਬਣਨਾ ਕਠਿਨ ਹੈ, ਹਮ ਸਿੰਘ ਬਨੇ ਸੀਸ ਆਪਣਾ ਕਟਾਏ ਕੇ। ਪਹਿਲਾਂ ਤਾਂ ਸੀਸ ਮੰਗਿਆ ਸੀ, ਸੀਸ ਕਟਾਇਆ, ਫਿਰ ਸਿੰਘ ਬਣਿਆ। ਇਹ ਨਹੀਂ ਵੀ ਸਿੱਧੀ ਆ ਕੇ ਪਾਹੁਲ ਮੰਗ ਲਈ। ਕਹਿੰਦਾ ਸਿੰਘ ਬਣਨਾ ਕਠਿਨ ਹੈ, ਹਮ ਸਿੰਘ ਬਨੇ ਸੀਸ ਆਪਣਾ ਕਟਾਏ ਕੇ, ਪਾਸ਼ੇ ਤੁਮ ਪਾਹੁਲ ਦਿਆ ਪਹਿਲੇ ਤੁਮ ਸੀਸ ਲਿਆ। ਪਹਿਲਾਂ ਤਾਂ ਸੀਸ ਲਿਆ, ਫਿਰ ਪਾਹੁਲ ਦਿੱਤੀ ਆ ਸਾਨੂੰ। ਪਾਸ਼ੇ ਤੁਮ ਪਾਹੁਲ ਦਿਆ ਪਹਿਲੇ ਤੁਮ ਸੀਸ ਲਿਆ, ਹਮ ਪਾਹੁਲ ਦੇਂਗੇ ਤੋ ਕਿਆ ਦਿਓਗੇ ਗਿਨਾਏ ਕੇ। ਸਾਨੂੰ ਇਹ ਗਣਾ ਵੀ ਜਦ ਅਸੀਂ ਤੈਨੂੰ ਅਮਰ ਦੀ ਪਾਹੁਲ ਦੇਣੀ ਆ, ਤੂੰ ਕੀ ਦਵੇਂਗਾ। ਸੀਸ ਕੀ ਹੈ ਫੀਸ ਹੁਈ ਸਿੰਘਨ ਕੀ ਰੀਸ ਪਾਛੇ, ਆਓ ਇਸ ਗਲੀ ਸੀਸ ਤਲੀ ਪੇ ਟਕਾਏ ਕੇ। ਤਲੀ ਤੇ ਟਕਾ ਕੇ ਆ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਵੀ ਜੇ ਲੋੜ ਪਈ ਮੈਂ ਆਪਣਾ ਹੀ ਸੀਸ ਨਹੀਂ, ਆਪਣੇ ਸਰਬੰਸ ਦਾ ਸੀਸ ਵਾਰ ਦੂੰ। ਤੇ ਬਾਅਦ ਦੇ ਵਿੱਚ ਵਾਰਿਆ ਵੀ। ਹੁਣ ਪਹਿਲੀ ਪਾਤਸ਼ਾਹੀ ਪਰ ਫਿਰ ਗੱਲ ਜਾਂਦੀ ਹੈ ਕਿ ਆਓ ਇਸ ਗਲੀ ਸੀਸ ਤਲੀ ਪੇ ਟਕਾਏ ਕੇ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਸੇ ਵਕਤ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਉਹੀ ਜੋਤ ਚੱਲੀ ਆਉਂਦੀ ਹੈ, ਤੇ ਉਹੀ ਜੋਤ ਜਦੋਂ ਪੰਜੇ ਪਿਆਰਿਆਂ 'ਚ ਜਾਂਦੀ ਆ, ਉਹੀ ਗੱਲ ਉਹ ਪੁੱਛਦੀ ਹੈ, ਉਹੀ ਕਹਿੰਦੀ ਹੈ। ਸੋ ਇੱਦਾਂ ਇੱਕ ਇਨਕਲਾਬ ਖੜਾ ਹੋਇਆ, ਇੱਕ ਕੌਮ ਸਾਜੀ ਗਈ, ਜਿਹਦੇ ਬਾਰੇ ਕਿਹਾ ਗਿਆ ਵੀ ਪਰਮਾਤਮਾ ਦੀ ਮੌਜ 'ਚੋਂ ਪ੍ਰਗਟੀ ਹੈ। ਇਹ ਅਕਾਲ ਪੁਰਖ ਦੀ ਫੌਜ। ਤੇ ਜਦੋਂ ਤੋਂ ਸਾਜੀ ਗਈ, ਉਸ ਤੋਂ ਬਾਅਦ ਉਸ ਕੌਮ ਦੇ ਉੱਤੇ ਕਿੰਨੇ ਕੁ ਹਮਲੇ ਹੋਏ, ਕਿੰਨੀ ਕੁ ਵਾਰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋਈਆਂ, ਕਿੰਨੀ ਵਾਰ ਇਹ ਦਾਅਵੇ ਹੋਏ ਕਿ ਖਤਮ ਕਰਤੀ, ਉਹ ਫੇਰ ਜੜ ਫੜ ਆਉਂਦੀ ਹੈ। ਉਹਦਾ ਰੀਜ਼ਨ ਇਹੀ ਹੈ ਕਿ ਉਹ ਫੌਜ ਹੈ ਅਕਾਲ ਪੁਰਖ ਦੀ। ਜਦ ਤੱਕ ਅਕਾਲ ਪੁਰਖ ਦੀ ਮਰਜ਼ੀ ਨਹੀਂ, ਉਹ ਫੌਜ ਖਤਮ ਨਹੀਂ ਹੋ ਸਕਦੀ। ਕਿੱਦਾਂ ਦਾ ਦਿਨ ਹੋਊ ਸੋਚੀਏ ਵੀ ਆਪਾਂ ਸੁਨੇਹੇ ਆਏ, ਲੋਕ ਕਣਕਾਂ ਨਿਬੇੜ ਚੁੱਕੇ ਆ, ਵਿਸਾਖੀ ਦਾ ਤਿਉਹਾਰ ਆਇਆ, ਅਨੰਦਪੁਰ ਸਾਹਿਬ ਤੋਂ ਸੁਨੇਹਾ ਆਇਆ, ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਵੀ ਪਤਾ ਨਹੀਂ ਕੀ ਵਾਪਰਨਾ, ਪਤਾ ਨਹੀਂ ਕੀ ਹੋਣਾ। ਚੱਲੀਏ, ਕਿਵੇਂ ਦਾ ਮਾਹੌਲ ਹੋਊ, ਕਿਵੇਂ ਇੱਕ ਸਟੇਜ ਲੱਗੀ ਹੋਊ, ਕਿਵੇਂ ਦਾ ਇਕੱਠ ਹੋਊ, ਕਿਹੜਾ ਮੌਸਮ ਹੋਊਗਾ ਉਹਨਾਂ ਟਾਈਮਾਂ ਦੇ ਵਿੱਚ। ਅੱਜ ਤੋਂ ਲਗਭਗ ਆਪਾਂ 300 ਸਾਲ ਪਿੱਛੇ ਚਲੇ ਜਾਈਏ। ਤੇ
ਜਦੋਂ ਸਟੇਜ ਤੇ ਆਏ ਹੋਣੇ ਆ ਉਦੋਂ ਕੀ ਵਿਚਾਰਾਂ ਹੋਈਆਂ ਹੋਣੀਆਂ, ਉਹਨਾਂ ਤੋਂ ਪਹਿਲਾਂ ਕੌਣ ਬੋਲਿਆ ਹੋਣਾ ਹੈ, ਤੇ ਕੌਣ ਬੰਦੇ ਉਸ ਸਾਰੇ ਸਮਾਗਮ ਦੀ ਕਮਾਂਡ ਸਾਂਭ ਰਹੇ ਹੋਣੇ ਆ, ਕਿੱਦਾਂ ਦਾ ਸਮਾਗਮ ਹੋਇਆ ਹੋਣਾ। ਮਤਲਬ ਜਿੱਥੇ ਇੱਕ ਉਹ ਚੀਜ਼ ਵਾਪਰਨ ਲੱਗੀ ਹੈ ਜਿਹਨੇ ਸਦੀਆਂ ਤੱਕ, ਜਿਹਨੇ ਆਉਂਦੇ ਟਾਈਮ ਵਾਸਤੇ ਹਿੰਦੁਸਤਾਨ ਦੀ ਜਾਂ ਨਾਰਥ ਭਾਰਤ ਦੀ ਜਿਹੜਾ ਇਤਿਹਾਸ ਹੈ, ਤਵਾਰੀਖ ਹੈ, ਉਹ ਮੁਕਰਰ ਕਰਨੀ ਹੈ, ਜਿਹਨੇ ਬਦਲਣਾ ਹੈ। ਸਦੀਆਂ ਤੋਂ ਆਈ ਖੜੋਤ ਹੈ, ਸੈਂਕੜੇ ਸਾਲਾਂ ਤੋਂ ਆਈ ਗੁਲਾਮੀ ਨੂੰ ਹਿਲਾਉਣਾ ਹੈ, ਉਸ ਵੱਡੀ ਸਲਤਨਤ ਦੀਆਂ ਜੜ੍ਹਾਂ ਨੂੰ ਪੈਣਾ। ਤੇ ਉਹ ਆਮ ਲੋਕ ਹੈ, ਆਮ ਕਿਰਤੀ ਲੋਕ, ਕੋਈ ਉਹਨਾਂ ਦੇ ਵਿੱਚ ਸਿੱਖੇ ਹੋਏ ਸਿਪਾਹੀ ਨਹੀਂ, ਕੋਈ ਚੰਗੇ ਘੋੜਸਵਾਰ ਨਹੀਂ। ਇੱਕ ਫੌਜ ਤਿਆਰ ਹੋ ਰਹੀ ਹੈ, ਉਹ ਫੌਜ ਜਿਹਨੂੰ ਅਕਾਲ ਪੁਰਖ ਦੀ ਫੌਜ ਕਿਹਾ ਗਿਆ, ਜਿਹਨੇ ਉਹ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਆਖਰ ਨੂੰ ਤੋੜਨੀਆਂ। ਹਰੇਕ ਚੀਜ਼ ਇਤਿਹਾਸ ਦੇ ਵਿੱਚ ਹੀ ਮੈਂ ਪਹਿਲਾਂ ਕਿਹਾ ਕਿ ਇੱਕ ਦਿਨ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ, ਇਤਿਹਾਸ ਆਪਣੀਆਂ ਤਰੀਕਾਂ ਨੂੰ ਸੈੱਟ ਕਰ ਲੈਂਦਾ ਕਈ ਵਾਰ ਵੀ ਤੁਹਾਡੇ ਯਾਦ ਰੱਖਣੀਆਂ ਸੌਖੀਆਂ ਹੋ ਜਾਣ। ਜੇ ਤੁਸੀਂ ਕਦੇ ਪੜ੍ਹੋ ਤਾਂ ਤਰੀਕ ਤੁਹਾਡੇ ਦਿਮਾਗ ਦੇ ਵਿੱਚ ਸੌਖੀ ਆ ਜਾਵੇ। ਚਾਹੇ ਆਪਾਂ ਵਿਸਾਖੀ ਵਾਲੇ ਦਿਹਾੜੇ ਦੀ ਗੱਲ ਕਰ ਲਈਏ, ਹੁਣ ਅੱਜ ਤੋਂ ਪਹਿਲਾਂ 1699 ਤੋਂ ਪਹਿਲਾਂ ਇੱਕ ਤਿਉਹਾਰ ਹੈ, 1699 ਤੇ ਬਾਅਦ ਉਹ, ਚਾਹੇ ਉਹਨੂੰ ਖਾਲਸੇ ਦਾ ਸਾਜਨਾ ਦਿਵਸ ਵੀ ਆਪਾਂ ਕਹਿ ਦਿੰਦੇ ਹਾਂ, ਖਾਲਸੇ ਦਾ ਜਨਮ ਦਿਹਾੜਾ ਕਹਿ ਦਿੰਦੇ, ਜਾਂ ਆਪਾਂ ਕਹਿ ਲਈਏ ਕਿ ਖਾਲਸਾ ਪ੍ਰਗਟ ਹੋਇਆ, ਉਹ ਦਿਨ ਬਣ ਗਿਆ। ਸਿਰਫ ਇੱਕ ਦਿਨ ਦੀ ਕਹਾਣੀ ਹੈ ਜਿਹਨੇ ਇਤਿਹਾਸ ਹੀ ਬਦਲ ਕੇ ਰੱਖਤਾ, ਜਿਹਨੇ ਪਿੱਛੇ ਆਉਂਦੀ ਇੱਕ ਧਾਰਨਾ, ਇੱਕ ਤਿਉਹਾਰ ਦੀ ਧਾਰਨਾ ਨੂੰ ਇੱਕ ਮਹਾਨ ਦਿਨ 'ਚ ਬਦਲ ਲਿਆ। ਇੱਕ ਨਵੇਂ ਇਨਕਲਾਬ ਦੀ ਸ਼ੁਰੂਆਤ ਉਸ ਦਿਨ ਹੋ ਰਹੀ ਹੈ, ਜਿਹਦੇ ਵਿੱਚ ਆਮ ਲੋਕ ਸ਼ਾਮਲ ਹੈ, ਜਿਹਦੇ ਵਿੱਚ ਉਹਨਾਂ ਦਾ ਲੀਡਰ ਆਪਣੀ ਲੀਡਰਸ਼ਿਪ ਛੱਡ ਰਿਹਾ, ਉਲਟ ਹੋ ਰਿਹਾ ਕੰਮ। ਪੰਜ ਪਿਆਰਿਆਂ ਨੂੰ ਲੀਡਰਸ਼ਿਪ ਦੇ ਰਿਹਾ, ਪੰਜ ਪਿਆਰਿਆਂ 'ਚ ਹੁਕਮ, ਪੰਜ ਪਿਆਰਿਆਂ ਦੇ ਹੁਕਮ ਦੇ ਚੱਲਣ 'ਚ, ਉਹਨਾਂ ਦੇ ਹੁਕਮ 'ਚ ਚੱਲਣ ਦਾ ਵਾਅਦਾ ਕਰ ਰਿਹਾ, ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ। ਜਦੋਂ ਪੰਜ ਪਿਆਰੇ ਇਹ ਪੁੱਛਦੇ ਆ ਕਿ ਅਸੀਂ ਸੀਸ ਦੇ ਕੇ ਆਏ ਆ, ਤੁਸੀਂ ਕੀ ਬਖਸ਼ਿਸ਼ ਕਰੋ, ਫਿਰ ਉਹ ਆਪਣੇ ਸਰਬੰਸ ਵਾਰਨ ਦੀ ਗੱਲ ਕਰਦਾ, ਜਿਹੜਾ ਬਾਅਦ ਦੇ ਵਿੱਚ ਵਾਰਿਆ ਵੀ। ਐਦਾਂ ਨੀਹਾਂ ਰੱਖੀਆਂ ਜਾਂਦੀਆਂ ਕੌਮਾਂ ਦੇ ਮਹਿਲਾਂ ਦੀ। 4 ਪੁੱਤ ਉਹਨੇ ਉਹ ਮਹਿਲ ਦੀਆਂ, ਉਹ ਕੌਮ ਦੇ ਮਹਿਲ ਦੀਆਂ ਨੀਹਾਂ 'ਚ ਦਿੱਤੇ। ਮਾਂ ਦਿੱਤੀ, ਬਾਪ ਦਿੱਤਾ, ਆਪਣਾ ਆਪ ਦਿੱਤਾ, ਐਡੀ ਕੁਰਬਾਨੀ ਦਿੱਤੀ ਹੈ, ਆਪਣੇ ਆਪ ਨੂੰ ਪੇਸ਼ ਕਰਿਆ। ਪਹਿਲਾ ਕੰਮ ਉਹ ਲੀਡਰਸ਼ਿਪ ਛੱਡ ਰਿਹਾ। ਅੱਜ ਕੱਲ੍ਹ ਦੇ ਜਿੰਨੇ ਸਾਧੜੇ ਆ, ਜਿੰਨੇ ਲੀਡਰ ਕੌਮ ਦੇ ਬਣੇ ਫਿਰਦੇ ਆ, ਉਹ ਆਪਣੀ ਲੀਡਰਸ਼ਿਪ ਅਗਲੀਆਂ ਪੀੜ੍ਹੀਆਂ ਨੂੰ ਦਿੰਦੇ, ਆਪ ਤਾਂ ਕਿਆ ਛੱਡਣੀ ਹੈ, ਅਗਲੀਆਂ ਪੀੜ੍ਹੀਆਂ ਨੂੰ ਬਖਸ਼ਦੇ ਆ, ਪੁੱਤਾਂ ਨੂੰ ਪਾਲਦੇ ਆ ਲੀਡਰਸ਼ਿਪ ਦੇ ਸਿਰ ਤੇ। ਉਹ ਪੁੱਤ ਵਾਰ ਰਿਹਾ, ਪਹਿਲੇ ਦਿਨੇ ਕੁਰਬਾਨੀ ਕਰ ਰਿਹਾ ਕਿ ਮੈਂ ਨਹੀਂ, ਮੈਂ ਤਾਂ ਤੁਹਾਡਾ ਦਾਸ ਬਣ ਰਿਹਾ। 6ਵਾਂ ਪੰਜ ਪਿਆਰਿਆਂ ਬਾਅਦ ਜਿਹੜੀ 6ਵੀਂ ਪਹੁਲ ਗਈ ਆ, ਉਹ ਗੁਰੂ ਗੋਬਿੰਦ ਸਿੰਘ ਨੂੰ ਗਈ ਆ। 5 ਜਣੇ ਪਹਿਲੇ ਸਿੱਖ ਆ ਜਿਹੜੇ ਗੁਰੂ ਗੋਬਿੰਦ ਸਿੰਘ ਤੋਂ ਵੀ ਪਹਿਲਾਂ ਸਿੱਖ ਬਣੇ। ਜੇ ਆਪਾਂ ਸਿੱਖ ਬਣਨ ਦੀ ਗੱਲ ਕਰੀਏ, ਸਿੱਖ ਗਿਣਤੀ ਦੀ ਗੱਲ ਕਰੀਏ, ਫਿਰ ਦੇਖੋ ਨਾਂ ਕਿਵੇਂ ਆਉਣੇ ਆ। ਪੰਜੇ ਪਿਆਰਿਆਂ ਦੇ ਨਾਵਾਂ ਤੇ ਆਪਾਂ ਜੇ ਗੌਰ ਕਰੀਏ, ਉਹਨਾਂ ਦੇ ਇਲਾਕੇ, ਉਹਨਾਂ ਦੀਆਂ ਕੌਮਾਂ, ਉਹਨਾਂ ਦੀਆਂ ਜਾਤਾਂ ਸਾਰੀਆਂ ਖਤਮ ਹੁੰਦੀਆਂ ਜਦੋਂ ਇੱਕ ਜਗ੍ਹਾ ਤੋਂ ਅੰਮ੍ਰਿਤ ਛਕ ਰਹੇ। ਹੁਣ ਉਹਦੇ ਵਿੱਚ ਜਿਹੜੇ ਨਾਮ ਹੈ, ਉਹਦੇ ਵਿੱਚ ਦਇਆ ਵੀ ਆ ਰਹੀ, ਦਇਆ ਸਿੰਘ ਹੋਰੀ ਆ ਗਏ। ਉਹਦੇ 'ਚ ਧਰਮ ਵੀ ਆ ਰਿਹਾ, ਧਰਮ ਸਿੰਘ ਦੇ ਨਾਲ। ਉਹਦੇ 'ਚ ਹਿੰਮਤ ਵੀ ਆ ਰਹੀ ਹੈ, ਉਹ 'ਚ ਮੋਹਕਮ ਵੀ ਆ ਰਿਹਾ। ਤੇ 5ਵੇਂ ਨੰਬਰ ਤੇ ਜਾ ਕੇ ਸਾਹਿਬ ਆਪ ਆ ਰਿਹਾ। ਪੰਜੇ ਪਿਆਰਿਆਂ ਦੇ ਵਿੱਚ ਪੰਜੇ ਗੁਣ ਲੈ ਕੇ ਖਾਲਸਾ ਖੜਾ ਹੋਇਆ। ਆਖਰ ਨੂੰ 6ਵਾਂ ਜਿਹੜਾ ਸ਼ਖਸ ਛਕਦਾ, ਉਹ ਆ ਜਿਹੜਾ ਉਸ ਵਕਤ ਦਾ ਲੀਡਰ ਹੈ, ਉਸ ਵਕਤ ਦਾ ਗੁਰੂ ਹੈ, ਜਿਹਦੇ ਬੁਲਾਏ ਤੇ ਲੋਕ ਆਏ ਸੀ, ਜਿਹਦੇ ਬੁਲਾਏ ਤੇ ਸੰਗਤ ਜਿਹੜੀ ਉਹ ਆਈ ਸੀ। ਐਦਾਂ ਉਸ ਕੌਮ ਦੀ ਜਿਹੜੀ ਨੀਂਹ, ਉਸ ਇਨਕਲਾਬ ਦੀ ਨੀਂਹ ਰੱਖੀ ਗਈ। ਉਸ ਵਕਤ ਇੱਕ ਲੋਕਾਂ ਨੂੰ ਇਸ ਢੰਗ ਨਾਲ ਪ੍ਰਚਾਰ ਦਿੱਤਾ ਗਿਆ, ਲੋਕਾਂ ਨੂੰ ਇੰਨਾ ਹੌਸਲਾ ਦਿੱਤਾ ਗਿਆ ਕਿ ਗੁਲਾਮੀ ਦੀਆਂ ਜੰਜੀਰਾਂ ਤੋੜਨਾ ਤੁਹਾਡੀ ਜ਼ਿੰਮੇਵਾਰੀ ਬਣਦੀ। ਕਿੰਨੀਆਂ ਕੁ ਸਦੀਆਂ ਤੁਸੀਂ ਇਸ ਗੁਲਾਮੀ 'ਚ, ਇਸ ਡੰਡੇ ਦੇ ਰਾਜ ਥੱਲੇ ਕੱਟੋਗੇ। ਉਸ ਤੋਂ ਬਾਅਦ ਫਿਰ ਸ਼ੁਰੂਆਤ ਹੁੰਦੀ ਹੈ, ਜਿਵੇਂ ਜਿਵੇਂ ਫਿਖੰਡਾ ਖੜਕਿਆ, ਜਿਵੇਂ ਜਿਵੇਂ ਫਿਕਾਹੀ ਦੇ ਬੂਟੇ ਪੱਟ ਹੋਏ ਆ, ਉਸ ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟ ਹੋਈਆਂ। ਜਦੋਂ ਖਾਲਸੇ ਸ਼ਬਦ ਦਾ ਵੀ ਆਪਾਂ ਮਤਲਬ ਕੱਢਦੇ ਨੇ, ਇੱਕ ਤਾਂ ਹੁੰਦਾ ਖਾਲਸ ਪਿਓਰ, ਉਹ ਵੀ ਹੈਗਾ, ਇੱਕ ਉਹਦੇ ਅਰਥ ਬਣਦੇ ਆ ਕਿ ਇੱਕ ਪਿਓਰਿਟੀ ਹੈ ਜਿਹੜੀ, ਉਹਦੀ ਗੱਲ ਕੀਤੀ ਗਈ। ਆਪਣੀ ਸ਼ਖਸੀਅਤ ਨੂੰ ਪਿਓਰ ਕਰੋ, ਖਾਲਸ ਕਰੋ। ਦੂਜਾ ਖਾਲਸੇ ਦਾ ਇੱਕ ਮਤਲਬ ਇਹ ਵੀ ਇਤਿਹਾਸ ਦੇ ਵਿੱਚ ਮਿਲਦਾ ਵੀ ਜਦੋਂ ਮੰਨ ਲਓ ਵੀ ਕਿਸੇ
ਕਿਸੇ ਵੀ ਸਲਤਨਤ ਦਾ ਰਾਜ ਚੱਲਦਾ, ਉਹਦੇ ਵਿੱਚ ਨਾ ਜਿਹੜੇ ਲੋਕਾਂ ਤੋਂ ਟੈਕਸ ਇਕੱਠਾ ਕਰਿਆ ਜਾਂਦਾ ਸੀ, ਲੋਕਾਂ ਤੋਂ ਮਾਲੀਆ ਇਕੱਠਾ ਕਰਿਆ ਜਾਂਦਾ ਸੀ, ਉਹਦੇ ਵਾਸਤੇ ਅੱਗੇ ਫਿਰ ਬੰਦੇ ਰੱਖੇ ਜਾਂਦੇ ਸੀ, ਜਿਵੇਂ ਜਗੀਰਦਾਰ ਹੋ ਗਏ, ਪੁਰਾਣੇ ਸੂਬੇਦਾਰ ਹੋ ਗਏ। ਫਿਰ ਉਹ ਪੈਸੇ ਇਕੱਠੇ ਕਰਕੇ ਲੋਕਾਂ ਨੂੰ ਲਿਆਇਆ ਕਰਦੇ ਸੀ। ਪਰ ਕਿਤੇ ਕਿਤੇ ਜੇ ਕੋਈ ਆਪਣੀ ਡਿਊਟੀ ਨਹੀਂ ਚੰਗੀ ਤਰ੍ਹਾਂ ਕਰਿਆ ਕਰਦਾ, ਫਿਰ ਉਹਨੂੰ ਉਹ ਜਿਹੜਾ ਰਾਜ ਹੈ, ਜਿਹੜੀ ਸਟੇਟ ਉਸ ਵਕਤ ਚੱਲਦੀ ਸੀ, ਫਿਰ ਉਹਨੂੰ ਸਿੱਧਾ ਆਪਣੇ ਥੱਲੇ ਲੈ ਲਿਆ ਕਰਦੀ ਸੀ। ਸਿੱਧਾ ਜਿਹੜਾ ਉੱਥੇ ਤੋਂ ਜਿੰਨੀ ਵੀ ਆਮਦਨ ਆਉਂਦੀ ਸੀ, ਉਹ ਸਿੱਧੀ ਦਰਬਾਰ 'ਚ ਆਇਆ ਕਰਦੀ ਸੀ। ਇਤਿਹਾਸ 'ਚ ਉਹ ਵੀ ਮਿਲਦਾ, ਕਰਮ ਸਿੰਘ ਹਿਸਟੋਰੀਅਨ ਹੋਰਾਂ ਨੇ ਲਿਖਿਆ ਕਿ ਉਹਨੂੰ ਖਾਲਸਾ ਰਾਜੇ ਕਿਹਾ ਜਾਂਦਾ ਸੀ। ਖਾਲਸਾ ਸ਼ਬਦ ਅਸਲ 'ਚ ਪਹਿਲਾਂ ਹੀ ਆਇਆ ਹੋਇਆ ਇਤਿਹਾਸ 'ਚ। ਉਹਨੂੰ ਇਹ ਕਿਹਾ ਜਾਂਦਾ ਸੀ ਵੀ ਆਹ ਸਾਰਾ ਇਲਾਕਾ ਖਾਲਸਾ ਹੈ। ਖਾਲਸੇ ਦਾ ਮਤਲਬ ਵੀ ਇਹਦੀ ਜਿਹੜੀ ਜਿੰਨੀ ਆਮਦਨ ਆ ਰਹੀ ਹੈ ਦਰਬਾਰ ਨਾਲ ਸਿੱਧੀ ਹੈ, ਇਹਦੇ ਵਿਚਾਲੇ ਕੋਈ ਵੀ ਵਿਚੋਲਾ ਨਹੀਂ ਹੈਗਾ। ਸੋ ਖਾਲਸੇ ਦਾ ਇਹ ਵੀ ਮਤਲਬ ਉੱਥੇ ਬਣਿਆ ਕਿ ਜਿਹੜੇ ਵਿਚਾਲੇ ਵਾਲੇ ਮਸੰਦ ਹੁੰਦੇ ਸੀ, ਜਿਨ੍ਹਾਂ ਦੇ ਥਰੂ ਜਿਹੜੀ ਆਲੇ ਦੁਆਲੇ ਸੰਗਤ ਸੀ, ਦੂਰ ਸੰਗਤ ਸੀ, ਉਹ ਆਪਣਾ ਦਾਨ ਭੇਜਿਆ ਕਰਦੀ ਸੀ, ਫਿਰ ਉਹ ਅਨੰਦਪੁਰ ਸਾਹਿਬ ਜਾਂ ਕਿਤੇ ਵੀ ਗੁਰਦੁਆਰਾ ਸਾਹਿਬਾਂ 'ਚ ਪਹੁੰਚਾਇਆ ਕਰਦੀ ਸੀ, ਫਿਰ ਵਿੱਚੋਂ ਮਸੰਦ ਬੇਈਮਾਨੀ ਕਰਿਆ ਕਰਦੇ ਸੀ। ਇੱਥੇ ਇਹ ਵੀ ਹੋਇਆ ਵੀ ਜਿਹੜੀ ਆਮ ਸੰਗਤ ਸੀ, ਆਮ ਲੋਕ ਸੀ ਜਿਹੜੇ, ਉਹਨੂੰ ਖਾਲਸਾ ਕਰਕੇ ਸਤਿਗੁਰ ਨਾਲ ਸਿੱਧਾ ਹੀ ਜੋੜਤਾ ਗਿਆ ਵੀ ਤੁਹਾਨੂੰ ਵਿਚੋਲੇ ਦੀ ਲੋੜ ਨਹੀਂ ਹੈਗੀ। ਜਿਵੇਂ ਉਹੀ ਐਗਜ਼ਾਮਪਲ ਖਾਲਸੇ ਵਾਲੀ ਆਉਂਦੀ ਹੈ ਵੀ ਕਿਸੇ ਰਾਜ, ਕਿਸੇ ਸਲਤਨਤ ਦਾ ਦਰਬਾਰ ਆ, ਸਿੱਧਾ ਉਹ ਕਹਿੰਦੇ ਵਿਚਾਲੇ ਜਗੀਰਦਾਰ ਜੈਲਦਾਰ ਕੋਈ ਨਹੀਂ, ਜਿਹੜੀ ਆਮਦਨ ਆ ਸਿੱਧੀ ਦਰਬਾਰ ਨਾਲ ਆਵੇ, ਸਿੱਧੀ ਦਰਬਾਰ ਨਾਲ ਗੱਲ ਹੋਵੇ। ਉਹਨੇ ਖਿੱਤੇ ਨੂੰ ਜਿਹੜਾ ਖਾਲਸਾ ਕਹਿਤਾ ਜਾਂਦਾ ਸੀ। ਸੋ ਉਹੀ ਕੰਮ ਇੱਥੇ ਹੋਇਆ ਕਿ ਖਾਲਸੇ ਨੂੰ ਸਿੱਧਾ ਹੀ ਸਤਿਗੁਰ ਨਾਲ ਜੋੜਤਾ ਵੀ ਵਿਚੋਲਾ ਵਿੱਚ ਹੈ ਉਹ ਨਹੀਂ ਕੋਈ। ਚਲੋ ਹੁਣ ਅੱਜ ਕੱਲ੍ਹ ਤਾਂ ਵਿਚੋਲਿਆਂ ਦੇ ਗਾਹਾਂ ਚੇਲੇ, ਗਾਹਾਂ ਡੇਰੇ, ਚਲੋ ਚੱਲ ਪੈਂਦਾ ਕੰਮ, ਪਰ ਇਹ ਵਿਚੋਲੇ ਉਦਣੇ ਖਤਮ ਕਰਤੇ ਸੀ। ਸਿੱਧੀ ਉਹ ਗੱਲ ਆ, ਜੇ ਤੁਸੀਂ ਉਸ ਫਲਸਫੇ ਦੇ ਹਿਸਾਬ ਨਾਲ ਚੱਲਦੇ ਆ, ਤੁਹਾਡਾ ਲੈਣਾ ਦੇਣਾ ਸਿੱਧਾ ਹੀ ਆ। ਕੋਈ ਸ਼ਕਤੀਆਂ ਵਾਲਾ ਕੰਮ ਨਹੀਂ, ਇਹ 'ਚ ਕੋਈ ਕਰਾਮਾਤਾਂ ਵਾਲਾ ਨਹੀਂ। ਕਰਾਮਾਤਾਂ ਵਾਲੀ ਤਾਂ ਪਹਿਲੀ ਜੋਤ ਨੇ ਖਤਮ ਕਰਤੀਆਂ। ਕੋਈ ਸ਼ਕਤੀਆਂ ਦੀ ਆਸ ਨਾ ਰੱਖੀ। ਇੱਕ ਫਲਸਫਾ ਹੈ ਜਿਹੜਾ ਚੰਗਾ ਫਲਸਫਾ, ਉਹ ਇੱਥੋਂ ਮਿਲਦਾ, ਇਸ ਕੌਮ 'ਚੋਂ ਮਿਲਦਾ ਕਿ ਜ਼ਿੰਦਗੀ ਜਿਉਣੀ ਕਿਵੇਂ ਆ। ਉਹੀ ਹੱਥ ਬੰਨ੍ਹ ਕੇ ਉੱਥੇ ਸੁੱਖਾਂ ਸੁੱਖ ਲੀਆਂ, ਉੱਥੇ ਚੌਂਕੀਆਂ ਸੁੱਖ ਲੀਆਂ, ਐਂ ਨਹੀਂ ਹੋਇਆ ਕਰਦਾ। ਕੋਈ ਕਰਾਮਾਤਾਂ ਨਹੀਂ। ਜੇ ਇਸ ਧਰਮ 'ਚ ਤੁਸੀਂ ਉੱਥੇ ਬੇਅਦਬੀ ਕਰ ਰਹੇ, ਤੁਸੀਂ ਉਸ ਗੁਰੂ ਦੀ ਬੇਅਦਬੀ ਕਰ ਰਹੇ, ਜਾਂ ਤੁਸੀਂ ਚੌਂਕੀਆਂ ਸੁੱਖ ਕੇ ਕਿਸੇ ਵੀ ਜਗ੍ਹਾ ਦੀਆਂ ਇਹ ਭਾਲਦੇ ਆ ਵੀ ਇੱਥੋਂ ਮੇਰੀ ਇਹ ਚੀਜ਼ ਦਾ ਹੱਲ ਹੋ ਜੂਗਾ, ਉਹ ਸ਼ਕਤੀ ਨਹੀਂ ਕਿਤੇ ਵੀ। ਉਹ ਸ਼ਕਤੀਆਂ ਦਿਖਾਉਣੀਆਂ ਹੁੰਦੀਆਂ, 4 ਪੁੱਤ ਮਰਾਉਣੇ ਦੀ ਲੋੜ ਨਹੀਂ ਸੀ, ਐਡੇ ਐਡੇ ਘੱਲੂ ਘਰਾਰੇ ਕਰਾਉਣ ਦੀ ਲੋੜ ਨਹੀਂ ਸੀ, 4 ਸਾਲ ਦੇ ਪੁੱਤ ਦਾ ਦਿਲ ਬੰਦੇ ਬਹਾਦਰ ਨੂੰ ਮੂੰਹ 'ਚ ਪਾਉਣ ਦੀ ਲੋੜ ਨਹੀਂ ਸੀ। ਉਹ ਹੈ ਉਹ ਨਹੀਂ ਕੰਮ, ਉਹਦਾ ਤਾਂ ਵਰਕਾ ਹੀ ਪਾੜਤਾ ਗਿਆ ਇਸ ਸਾਰੇ ਫਲਸਫੇ ਦੇ ਵਿੱਚ। ਸੋ ਇਹ ਦਿਨ ਆ ਜਿਹੜਾ ਉਸ ਨਵੇਂ ਫਲਸਫੇ ਦੇ ਨਾਲ, ਨਵੀਂ ਕੌਮ ਦੇ ਨਾਲ ਜਿਹੜੀ ਸ਼ੁਰੂਆਤ ਉੱਥੇ ਹੋ ਰਹੀ ਹੈ। 5 ਪਿਆਰੇ ਚੁਣੇ ਜਾਂਦੇ ਆ, 5 ਪਿਆਰਿਆਂ ਦਾ ਨਾਵਾਂ ਦਾ ਮੈਂ ਜ਼ਿਕਰ ਕਰਿਆ। ਉਹੀ ਕੁਆਲਿਟੀਜ਼ ਆ ਜਿਹੜੀਆਂ ਉਹ ਭਰੀਆਂ ਜਾਂਦੀਆਂ ਇਸ ਕੌਮ ਦੇ ਅੰਦਰ। ਤੇ ਹੁਣ ਅੱਗੇ ਕਿਆ ਆਉਂਦਾ? ਅੱਗੇ ਕਿਹਾ ਜਾਂਦਾ ਵੀ ਜ਼ੁਲਮ ਨਾਲ ਲੜਨਾ ਕਿਵੇਂ ਆ। ਇਹ ਨਹੀਂ ਵੀ ਹੱਥ ਬੰਨ੍ਹ ਕੇ ਨੀਵੀਂ ਪਾ ਕੇ ਖੜੇ ਰਹੋ। ਫਿਰ ਸਿੱਖਿਆ ਗਿਆ ਕਿ ਫਿਰ ਆਖਰ ਨੂੰ ਜੇ ਨਹੀਂ ਕਹਾਣੀ ਸੂਤ ਆਉਂਦੀ, ਫਿਰ ਕਿਰਪਾਨ ਨੂੰ ਹੱਥ ਪੈ ਜਾਂਦਾ। ਮੀਰੀ ਪੀਰੀ ਵਾਲਾ ਕੰਸੈਪਟ 6ਵੇਂ ਪਾਤਸ਼ਾਹ ਤੋਂ ਆਏ ਰਿਹਾ ਸੀ। ਜਫਰਨਾਮੇ 'ਚ ਵੀ ਮਿਲਦਾ, ਚੂੰ ਕਰ ਅਜ ਹਮਾਹੀਲ ਤੇ ਦਰਗ ਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦ ਸਾਰੇ ਰਸਤੇ ਬੰਦ ਹੋ ਜਾਣ ਫਿਰ ਤਲਵਾਰ ਨੂੰ ਹੱਥ ਪਾਉਣਾ ਹੀ ਪੈਂਦਾ। ਇਹ ਧਰਮ ਹੈ। ਉਸ ਤੋਂ ਬਾਅਦ ਫਿਰ ਉਹ ਤਲਵਾਰ ਐਸੀ ਬਰੀ, ਉਹ ਖੰਡਾ ਐਸਾ ਭਰਿਆ ਕਿ ਉਹਨੇ ਆਉਂਦੇ ਟਾਈਮਾਂ ਦੇ ਵਿੱਚ ਜਿਹੜਾ ਇੱਕ ਰਾਜ ਬਖਸ਼ਤਾ। ਉਸ ਟਾਈਮ ਦੇ ਉੱਤੇ ਉਸ ਜ਼ੁਲਮ ਦੇ ਵਿਰੁੱਧ ਲੜਦੇ ਆਉਂਦੇ ਇਸ ਕਹਾਣੀ ਐਸੇ ਤੱਕ ਚਲੇਗੀ ਵੀ ਉਹਦੀ ਜੜ ਤਾਂ ਪੱਟੀ, ਆਪਣੇ ਜੜ ਦੀ ਜਿਹੜੀ ਰਾਜ ਲਾ ਗਈ। ਕਦੇ 1699 'ਚ ਕੇਸਗੜ੍ਹ ਸਾਹਿਬ ਤੋਂ ਖੜ ਕੇ ਮਰਦ ਅਗੰਬੜੇ ਨੇ ਕਿਹਾ ਸੀ, ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਪਾਤਸ਼ਾਹੀ ਦਊਂਗਾ। ਤਾਜ ਬਖਸ਼ਿਆ ਉਸ ਦਿਨ ਪੱਗ ਦੇ ਰੂਪ ਦੇ ਵਿੱਚ, ਪਹਿਰਾਵਾ ਦਿੱਤਾ। ਤਾਜ 1699 'ਚ ਬਖਸ਼ਦਾ, 1801 'ਚ ਜਾ ਕੇ ਅੱਜ ਦੇ ਦਿਨੇ ਫਿਰ ਰਾਜ ਬਖਸ਼ਦਾ। ਵਿਸਾਖੀ ਵਾਲੇ ਦਿਨ 1801 ਦਾ ਹੀ ਦਿਨ ਹੈ ਜਿੱਦਣ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਬਣ ਕੇ ਦਰਬਾਰੇ ਖਾਲਸਾ ਦੇ ਪਹਿਲੀ ਵਾਰ ਤਖ਼ਤ ਤੇ ਬਹਿੰਦਾ। 102 ਸਾਲਾਂ ਬਾਅਦ ਤਾਜ ਬਖਸ਼ਣ ਤੋਂ ਬਾਅਦ ਫਿਰ ਰਾਜ ਵੀ ਬਖਸ਼ਿਆ, ਪਾਤਸ਼ਾਹੀ ਬਖਸ਼ੀ ਹੈ। ਦਰਬਾਰੇ ਖਾਲਸੇ ਨੇ ਰਾਜ ਕਰਿਆ। ਕਿੱਥੋਂ ਉੱਠ ਕੇ?
ਕਿਹੜੇ ਹਾਲਾਤਾਂ 'ਚ ਉੱਠ ਕੇ, ਕਿੱਡੀ ਸਲਤਨਤ ਨਾਲ ਟੱਕਰ ਕੇ, ਕਿੰਨੇ ਸ਼ਹੀਦੀਆਂ ਕਰਾ ਕੇ, ਪਰਿਵਾਰਾਂ ਦੇ ਪਰਿਵਾਰ ਵਰਵਾ ਕੇ ਆਖਰ ਨੂੰ ਜਾ ਕੇ ਪਾਤਸ਼ਾਹੀ ਫਿਰ ਝੋਲੀ ਦੇ ਵਿੱਚ ਪੈਂਦੀ ਆ। ਉਹ ਵੀ ਅੱਜ ਦਾ ਹੀ ਦਿਨ ਐਂ ਤਵਾਰੀਖ ਆਪਣੇ ਆਪ ਨੂੰ ਘੁਮਾਉਂਦੀ ਹੈ, ਐਂ ਤਵਾਰੀਖ ਆਪਣੇ ਆਪ ਨੂੰ ਸੈੱਟ ਕਰਦੀ ਹੈ। ਸੋ ਇਹ ਅੱਜ ਦੇ ਦਿਨ ਦੀ ਉਹ ਕਰਾਮਾਤ ਸੀ, ਇਨਕਲਾਬੀ ਕਰਾਮਾਤ ਸੀ। ਉਹ ਸ਼ਕਤੀਆਂ ਵਾਲੀ ਕਰਾਮਾਤ ਦੀ ਨਹੀਂ ਗੱਲ ਕਰਦਾ, ਅੱਜ ਦੇ ਦਿਨ ਦਾ ਇਨਕਲਾਬ ਸੀ ਜਿਹਨੇ ਇੱਥੇ ਲਿਜਾ ਕੇ ਹਿੰਦੁਸਤਾਨ ਦੀ ਤਵਾਰੀਖ ਖੜੀ ਕਰਤੀ, ਹਿੰਦੁਸਤਾਨ ਦਾ ਇਤਿਹਾਸ ਖੜਾ ਕਰਤਾ, ਕਿ ਜਿਹਨੇ ਆਉਂਦੀਆਂ ਪੀੜ੍ਹੀਆਂ ਨੂੰ ਬਦਲ ਕੇ ਰੱਖਤਾ, ਆਉਂਦੀ ਪੀੜ੍ਹੀਆਂ ਦੀਆਂ ਸੋਚਾਂ ਬਦਲ ਕੇ ਰੱਖਤੀਆਂ। ਸਿਰਫ ਇੱਕ ਦਿਨ ਨੇ, ਸਿਰਫ ਇੱਕ ਦਿਨ 'ਚ ਉਹ ਵਾਪਰ ਗਿਆ ਜਿਹਨੇ ਲੋਕ ਨੀਵੀਆਂ ਪਾਈ ਖੜੇ, ਐਂ ਖੜੇ ਕਰਤੇ ਜਿਵੇਂ ਗਰਦਨਾਂ 'ਚ ਸਰੀਏ ਹੁੰਨੇ। ਫਿਰ ਚਿੜੀਆਂ ਅੱਖਾਂ ਪਾੜ ਕੇ ਬਾਜਾਂ ਨੂੰ ਝਾਕੀਆਂ ਤੇ ਫਿਰ ਝਪਟੀਆਂ, ਜਿਨ੍ਹਾਂ ਨੂੰ ਆਵਾਜ਼ ਜਾਂਦੇ ਜਾਂਦੇ ਹਾਸੇ ਮਜ਼ਾਕ 'ਚ ਝਟਕ ਜਿਆ ਕਰਦੇ ਸੀ, ਉਹਨਾਂ ਚਿੜੀਆਂ ਨੇ ਫਿਰ ਬਾਜ ਝਟਕੀਆਂ, ਬਾਜ ਝਟਕੇ। ਸੋ ਇਹ ਅੱਜ ਦੇ ਦਿਨ ਦਾ ਇਤਿਹਾਸ ਹੈ, ਬੜਾ ਮਹਾਨ ਅੱਜ ਦਾ ਦਿਨ।